ਤੁਸੀਂ ਸੁਣ ਰਹੇ ਹੋ ਕਿਤਾਬ ਮੇਰੀ ਰਾਮ ਕਹਾਣੀ। ਲੇਖਕ ਬਾਬਾ ਸੋਹਣ ਸਿੰਘ ਦੀ ਭਕਨਾ, ਸੰਪਾਦਕ ਰਾਜਵਿੰਦਰ ਸਿੰਘ ਰਾਹੀ। ਨੌਵੇਂ ਭਾਗ ਵਿੱਚ ਸੁਣੋ ਹਿੰਦੀ ਐਸੋਸੀਏਸ਼ਨ ਅਰਥਾਤ ਗਦਰ ਪਾਰਟੀ। ਗਦਰ ਪਾਰਟੀ ਬਣ ਗਈ, ਗਦਰ ਅਖਬਾਰ ਕੱਢਣਾ ਅਤੇ ਗਦਰ ਅਖਬਾਰ ਇੱਕ ਜਾਦੂ ਸੀ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਈ 1913 ਈਸਵੀ ਨੂੰ ਭਾਈ ਪਰਮਾਨੰਦ ਤੇ ਹਰਦਿਆਲ ਦੋਵੇਂ ਸੈਂਟ ਜਾਹਨ ਪਹੁੰਚੇ। ਭਾਈ ਪਰਮਾਨੰਦ ਤਾਂ 2 ਦਿਨ ਉੱਥੇ ਰਹਿ ਕੇ ਵਤਨਾਂ ਵੱਲ ਮੁੜਨ ਦੀ ਮਨਸਾ ਨਾਲ ਇੰਗਲੈਂਡ ਨੂੰ ਟੁਰ ਪਏ, ਪਰ ਭਾਈ ਹਰਦਿਆਲ ਉੱਥੇ ਹੀ ਰਹੇ। ਭਾਈ ਪਰਮਾਨੰਦ ਤੇ ਭਾਈ ਹਰਦਿਆਲ ਵਿੱਚ ਥੋੜ੍ਹੀ ਕੁ ਮਤਭੇਦ ਸੀ, ਪਰ ਇਹ ਚਾਹੁੰਦੇ ਸਨ ਕਿ ਪਹਿਲਾਂ ਹਿੰਦੁਸਤਾਨ ਤੋਂ ਵਿਦਿਆਰਥੀ ਮੰਗਵਾਏ ਜਾਣ ਤੇ ਉਹਨਾਂ ਨੂੰ ਅਮਰੀਕਾ ਵਿੱਚ ਸੁਤੰਤਰ ਵਿੱਦਿਆ ਦਿਵਾ ਕੇ ਆਜ਼ਾਦ ਮਨੁੱਖ ਬਣਾਇਆ ਜਾਵੇ ਤੇ ਇਉਂ ਕੌਮੀ ਸੇਵਾ ਲਈ ਉਹਨਾਂ ਨੂੰ ਤਿਆਰ ਕੀਤਾ ਜਾਵੇ। ਕਿਉਂ ਜੋ ਉਹਨਾਂ ਦਾ ਖਿਆਲ ਸੀ ਕਿ ਜਿੱਚਰ ਇਹੋ ਜਿਹੇ ਆਜ਼ਾਦ ਖਿਆਲ ਵਿਦਵਾਨ ਗੱਭਰੂ ਹਿੰਦੁਸਤਾਨ ਵਿੱਚ ਪੈਦਾ ਨਹੀਂ ਕੀਤੇ ਜਾਣਗੇ, ਉੱਚਰ ਆਜ਼ਾਦੀ ਇੱਕ ਅਨਹੋਣੀ ਗੱਲ ਹੈ। ਮੰਨ ਲਓ ਕਿ ਜੇ ਅਸੀਂ ਬਾਹੂਬਲ ਨਾਲ ਆਜ਼ਾਦੀ ਪ੍ਰਾਪਤ ਵੀ ਕਰ ਲਈਏ ਤਾਂ ਵੀ ਅਸੀਂ ਉਸ ਵਕਤ ਤੱਕ ਆਪਣੇ ਦੇਸ਼ ਨੂੰ ਸੰਭਾਲਣ ਯੋਗ ਨਾ ਹੋ ਸਕਾਂਗੇ ਜਦੋਂ ਤੱਕ ਸਾਡੇ ਗੱਭਰੂਆਂ ਵਿੱਚ ਦੇਸ਼ ਦਾ ਪ੍ਰਬੰਧ ਕਰਨ ਦੀ ਪੂਰੀ ਲਿਆਕਤ ਨਾ ਹੋਵੇਗੀ। ਇਹ ਪਰ ਭਾਈ ਹਰਦਿਆਲ ਦਾ ਖਿਆਲ ਸੀ ਕਿ ਜਦੋਂ ਤੱਕ ਕਿਤਾਬਾਂ ਤੇ ਲੈਕਚਰਾਂ ਆਦਿ ਰਾਹੀਂ ਆਮ ਲੋਕਾਂ ਵਿੱਚ ਜਾਗਰਤ ਪੈਦਾ ਨਹੀਂ ਕੀਤੀ ਜਾਵੇਗੀ ਤਾਂ ਉਹ ਆਪਣੇ ਮਨੁੱਖੀ ਅਧਿਕਾਰਾਂ ਨੂੰ ਸਮਝਣ ਨਾ ਲੱਗ ਪੈਣਗੇ, ਉਦੋਂ ਤੱਕ ਆਜ਼ਾਦੀ ਅਸੰਭਵ ਹੈ। ਕਿਉਂ ਜੋ ਪੜ੍ਹੇ ਲਿਖੇ ਲੋਕ ਉਦੋਂ ਤੱਕ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਤੱਕ ਦੇਸ਼ ਦੇ ਸਧਾਰਨ ਲੋਕ, ਜਿਨ੍ਹਾਂ ਦੀ ਗਿਣਤੀ ਵਧੇਰੇ ਹੈ, ਆਪਣੇ ਆਪ ਨੂੰ ਨਾ ਸੰਭਾਲਣ। ਖੈਰ, ਦੋਹਾਂ ਦਾ ਇਹ ਮਤਭੇਦ ਸਾਡੇ ਵਾਸਤੇ ਨਵਾਂ ਨਹੀਂ ਸੀ। ਅਸੀਂ ਕੌਮ ਵਿੱਚ ਇਹ ਦੋਵੇਂ ਗੱਲਾਂ ਹੋਣੀਆਂ ਜ਼ਰੂਰੀ ਸਮਝਦੇ ਸਾਂ, ਅਰਥਾਤ ਲਿਖੇ ਪੜ੍ਹੇ ਆਜ਼ਾਦ ਖਿਆਲ ਗੱਭਰੂਆਂ ਦਾ ਹੋਣਾ ਤੇ ਸਧਾਰਨ ਕਿਰਤੀ ਕਿਰਸਾਨ ਧੜੇ ਦਾ ਜਾਗਣਾ। ਕਿਉਂ ਜੋ ਇਹਨਾਂ ਦੋਹਾਂ ਖੰਭਾਂ ਤੋਂ ਬਿਨਾਂ ਕੌਮ ਆਜ਼ਾਦੀ ਦੀ ਟੀਸੀ ਤੱਕ ਨਹੀਂ ਅੱਪੜ ਸਕਦੀ ਸੀ। ਨਾ ਤੇ ਇਕੱਲੀ ਵਿਦਵਾਨ ਸ਼੍ਰੇਣੀ ਹੀ ਕੁਝ ਕਰ ਸਕਦੀ ਹੈ ਤੇ ਨਾ ਹੀ ਕਿਰਤੀ ਕਿਸਾਨ ਆਦਿਕ ਲੋਕ। ਵਿਦਵਾਨ ਧਿਰ ਜੇ ਕੌਮ ਦਾ ਦਿਮਾਗ ਹੈ ਤਾਂ ਸਧਾਰਨ ਧੜਾ ਕੌਮ ਦਾ ਬਾਕੀ ਸਰੀਰ ਹੈ। ਜੇ ਸਿਰ ਤੋਂ ਧੜ ਨੂੰ ਵੱਖ ਕਰਕੇ ਅੱਡੋ ਅੱਡ ਕਰ ਦਿੱਤਾ ਜਾਵੇ ਤਾਂ ਉਹ ਦੋਵੇਂ ਹੀ ਮੁਰਦਾ ਹੋ ਜਾਣਗੇ। ਉਹਨਾਂ ਵਿੱਚ ਜੀਵਨ ਕਲਾ ਓਨਾ ਚਿਰ ਹੀ ਕੰਮ ਕਰ ਸਕਦੀ ਹੈ ਜਿੰਨਾ ਚਿਰ ਸਿਰ ਤੇ ਧੜ ਆਪੋ ਵਿੱਚ ਮਿਲੇ ਹੋਏ ਹਨ ਅਤੇ ਇੱਕ ਦੂਜੇ ਉੱਤੇ ਵਾਰੇ ਚੌਂਕਨੀਏ ਹੁੰਦੇ ਹਨ। ਭਾਈ ਪਰਮਾਨੰਦ ਦੀ ਇੱਕ ਗੱਲ ਮੈਨੂੰ ਯਾਦ ਹੈ। ਜਦੋਂ ਭਾਈ ਪਰਮਾਨੰਦ, ਲਾਲਾ ਹਰਦਿਆਲ, ਮੈਂ ਤੇ ਭਾਈ ਕਾਂਸ਼ੀ ਰਾਮ ਇੱਕ ਕਮਰੇ ਵਿੱਚ ਬੈਠੇ ਗੱਲਾਂ ਬਾਤਾਂ ਕਰ ਰਹੇ ਸਾਂ ਤਾਂ ਭਾਈ ਪਰਮਾਨੰਦ ਨੇ ਭਾਈ ਹਰਦਿਆਲ ਦੇ ਮੂੰਹ ਪੁਰ ਹੀ ਸਾਨੂੰ ਆਖ ਦਿੱਤਾ ਸੀ ਕਿ ਭਾਈ ਜੀ, ਉਂਝ ਤਾਂ ਲਾਲਾ ਹਰਦਿਆਲ ਦੀ ਯੋਗਤਾ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਇਹਨਾਂ ਦੇ ਭਰੋਸੇ ਕੋਈ ਕੰਮ ਚਲਾਉਣਾ ਮੇਰੀ ਜਾਚੇ ਮੁਸ਼ਕਲ ਹੈ। ਕਿਉਂ ਜੋ ਇਹਨਾਂ ਦਾ ਪਤਾ ਨਹੀਂ ਕਦੋਂ ਕੰਮ ਛੱਡ ਕੇ ਫਰੰਟ ਹੋ ਜਾਣ। ਮੈਂ ਉੱਤਰ ਦਿੱਤਾ, ਭਾਈ ਜੀ, ਇਸ ਗੱਲ ਦੀ ਕਾਈ ਚਿੰਤਾ ਨਹੀਂ, ਅਸੀਂ ਆਪਣੇ ਕਰਤੱਵ ਨੂੰ ਖੂਬ ਅੱਛੀ ਤਰ੍ਹਾਂ ਸਮਝਦੇ ਹਾਂ। ਭਾਈ ਪਰਮਾਨੰਦ ਦਾ ਇਹ ਕਹਿਣਾ ਅੱਖਰ ਅੱਖਰ ਸੱਚ ਸੀ। ਕਿਉਂ ਜੋ ਲਾਲਾ ਹਰਦਿਆਲ ਦੇ ਤਿਆਗ ਤੇ ਉਹਨਾਂ ਦੀ ਲੇਖਣੀ ਦੀ ਸਲੋਤਾ ਉਹਨਾਂ ਦੇ ਵੈਰੀਆਂ ਨੂੰ ਵੀ ਕਰਨੀ ਪੈਂਦੀ ਸੀ, ਪਰ ਉਹਨਾਂ ਵਿੱਚ ਦ੍ਰਿੜਤਾ ਤੇ ਗੰਭੀਰਤਾ ਦਾ ਬਹੁਤ ਘਾਟਾ ਸੀ। ਗਦਰ ਪਾਰਟੀ ਬਣ ਗਈ। ਮੈਂ ਪਹਿਲਾਂ ਲਿਖ ਚੁੱਕਾ ਹਾਂ ਕਿ ਅਮਰੀਕਾ ਦੀ ਆਜ਼ਾਦੀ ਤੇ ਹਿੰਦੁਸਤਾਨ ਦੀ ਗੁਲਾਮੀ ਅਤੇ ਉਸ ਪਰ ਅਮਰੀਕਾ ਤੇ ਕੈਨੇਡਾ ਵੱਲੋਂ ਨਿੱਤ ਦੀਆਂ ਬੇਪਤੀਆਂ ਨੇ ਹੁਣ ਹਿੰਦੀਆਂ ਦੇ ਕੌਮੀ ਜਜ਼ਬਾਤਾਂ ਨੂੰ ਬਹੁਤ ਹੱਦ ਤੱਕ ਜਗਾ ਦਿੱਤਾ ਸੀ। ਕਸਰ ਸਿਰਫ ਉਹਨਾਂ ਨੂੰ ਜਥੇਬੰਦ ਕਰਕੇ ਉਹਨਾਂ ਅਗਾੜੀ ਕੰਮ ਰੱਖਣ ਦੀ ਹੀ ਸੀ। ਇਸੇ ਖਿਆਲ ਨੂੰ ਮੁੱਖ ਰੱਖ ਕੇ ਹਿੰਦੀ ਮਹਾਸਭਾ ਕਾਇਮ ਕੀਤੀ ਗਈ ਸੀ। ਜਿਸ ਦਿਹਾੜੇ ਅਸਟੋਰੀਆ ਵਿੱਚ ਇਹ ਸਭਾ ਕਾਇਮ ਕੀਤੀ ਗਈ, ਉਸ ਦਿਨ ਕੌਣ ਜਾਣਦਾ ਸੀ ਕਿ ਇਹ ਕੁਝ ਆਦਮੀਆਂ ਦਾ ਇੱਕ ਨਿੱਕਾ ਜਿਹਾ ਜਥਾ ਸੱਚਮੁੱਚ ਹੀ ਇਹਨਾਂ ਲੋੜੇ ਮਾਰਿਆਂ ਕੰਮ ਕਰ ਵਿਖਾਵੇਗਾ। ਇਹ ਸਭਾ ਦਾ ਪਹਿਲਾ ਇਕੱਠ ਸੈਂਟ ਜਾਹਨ, ਦੂਜਾ ਪੋਰਟਲੈਂਡ, ਤੀਜਾ ਲਿਫਟਨ ਤੇ ਚੌਥਾ ਬਾਰਮੇਡਵਲ ਵਿੱਚ ਹੋਇਆ। ਇਹਨਾਂ ਇਕੱਠਾਂ ਦੇ ਵਿਚਕਾਰ ਹੀ ਐਸਟੋਰੀਆ ਦੇ ਹਿੰਦੀਆਂ ਵੱਲੋਂ ਦੇਸ਼ ਭਗਤ ਭਾਈ ਬਲਵੰਤ ਸਿੰਘ ਤੇ ਇੱਕ ਹੋਰ ਸੱਜਣ ਜੀ ਸਾਰੇ ਉਰੀਗਨ ਦੇ ਹਿੰਦੀਆਂ ਨੂੰ ਅਸਟੋਰੀਆ ਵਿੱਚ ਦਰਸ਼ਨ ਦੇਣ ਲਈ ਬੇਨਤੀ ਕਰਨ ਆਏ।
ਸੱਦਾ ਪੱਤਰਪੁਰ ਪੋਰਟਲੈਂਡ ਦੇ ਆਲੇ ਦੁਆਲੇ ਦੇ ਸਾਰੇ ਹਿੰਦੀ ਭਾਈ ਹਰਦਿਆਲ ਸਮੇਤ ਪਹੁੰਚੇ। ਆਸਟੋਰੀਆ ਵਾਲਿਆਂ ਨੇ ਬਾਹਰੋਂ ਗਏ ਭਰਾਵਾਂ ਦਾ ਬੜੇ ਆਦਰ ਭਾਅ ਅਤੇ ਚਾਅ ਨਾਲ ਸਵਾਗਤ ਕੀਤਾ। ਹੁਣ ਆਸਟੋਰੀਆ ਵਿੱਚ ਓਰੀਗਨ ਸਟੇਟ ਦੇ ਸਾਰੇ ਹਿੰਦੀ ਆਣ ਜੁੜੇ। ਲੈਕਚਰ ਆਦਿ ਹੋ ਚੁੱਕਣ ਮਗਰੋਂ ਆਮ ਰਾਏ ਦਾ ਆਧਾਰਪੁਰ ਇਹ ਫੈਸਲਾ ਹੋਇਆ ਕਿ ਨਵੇਂ ਸਿਰਿਓਂ ਫਿਰ ਨਵੀਂ ਚੋਣ ਕਰਕੇ ਇੱਕ ਬਕਾਇਦਾ ਸੁਸਾਇਟੀ ਕਾਇਮ ਕੀਤੀ ਜਾਵੇ, ਜਿਸ ਦਾ ਮੁੱਖ ਮੰਤਵ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣਾ ਹੋਵੇ। ਇਸ ਉਦੇਸ਼ ਨੂੰ ਸਾਹਮਣੇ ਰੱਖ ਕੇ ਨਵੀਂ ਚੋਣ ਕੀਤੀ ਗਈ ਤੇ ਹਿੰਦੀ ਮਹਾਸਭਾ ਦੀ ਥਾਂ ਇਸ ਦਾ ਨਾਮ ਹਿੰਦੀ ਐਸੋਸੀਏਸ਼ਨ ਰੱਖਿਆ ਗਿਆ। ਮਗਰੋਂ ਜੋ ਗਦਰ ਪਾਰਟੀ ਨਾਮ ਕਰਕੇ ਮਸ਼ਹੂਰ ਹੋਈ। ਇਸ ਦੇ ਚੀਫ ਸੈਕਟਰੀ ਲਾਲਾ ਹਰਦਿਆਲ ਜੀ, ਪ੍ਰਧਾਨ ਮੈਂ ਤੇ ਮੀਤ ਪ੍ਰਧਾਨ ਭਾਈ ਕੇਰ ਸਿੰਘ ਜੀ ਅਤੇ ਖਜ਼ਾਨਚੀ ਭਾਈ ਕਾਂਸ਼ੀ ਰਾਮ ਪੰਡਤ ਜੀ ਥਾਪੇ ਗਏ। ਗਦਰ ਪਾਰਟੀ ਦਾ ਮੁੱਖ ਮੰਤਵ ਉਸ ਦੇ ਨਿਯਮ, ਉਪ ਨਿਯਮ ਤੇ ਪਾਰਟੀ ਦੇ ਮੈਂਬਰਾਂ ਦੇ ਫਰਜ਼ ਇੱਕ ਕਮੇਟੀ ਦੀ ਦੀਰਘ ਵਿਚਾਰ ਦੁਆਰਾ ਬਣਾਏ ਗਏ। ਆਦਰਸ਼ ਆਜ਼ਾਦੀ ਤੇ ਬਰਾਬਰੀ। ਨੰਬਰ 1, ਆਜ਼ਾਦੀ ਦਾ ਹਰ ਇੱਕ ਪ੍ਰੇਮੀ ਬਿਨਾਂ ਜ਼ਾਤ ਪਾਤ ਜਾਂ ਦੇਸ਼ ਕੌਮ ਦੇ ਲਿਹਾਜ਼ ਦੇ ਇਸ ਹਿੰਦੀ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਸਕਦਾ ਹੈ। ਨੰਬਰ 2, ਗਦਰ ਪਾਰਟੀ ਦੇ ਹਰ ਇੱਕ ਸਿਪਾਹੀ ਦਾ ਆਪੋ ਵਿੱਚ ਦੀ ਕੌਮੀ ਨਾਤਾ ਹੋਵੇਗਾ, ਨਾ ਕਿ ਮਜ਼ਹਬੀ। ਨਾ ਹੀ ਗਦਰ ਪਾਰਟੀ ਵਿੱਚ ਕਦੀ ਮਜ਼ਹਬੀ ਚਰਚਾਵਾਦ ਕੀਤੀ ਜਾਵੇਗੀ। ਆਸਤਕ ਰੱਬ ਨੂੰ ਮੰਨਣ ਵਾਲੇ ਨਾਸਤਕ ਰੱਬ ਤੋਂ ਬੇਮੁਖ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਦਿਕ ਮਜ਼ਹਬੀ ਖਿਆਲਾਂ ਨੂੰ ਲੈ ਕੇ ਕੋਈ ਆਦਮੀ ਗਦਰ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕੇਗਾ। ਹਰ ਇੱਕ ਹਿੰਦੁਸਤਾਨੀ ਹੁੰਦਾ ਹੋਇਆ ਤੇ ਹਰ ਇੱਕ ਮਨੁੱਖ ਹੁੰਦਾ ਹੋਇਆ ਇਸ ਦਾ ਮੈਂਬਰ ਬਣ ਸਕੇਗਾ। ਨੰਬਰ 3, ਖਾਣ ਪੀਣ ਵੱਲੋਂ ਸਭ ਨੂੰ ਖੁੱਲ੍ਹ ਹੋਵੇਗੀ। ਭਾਵੇਂ ਕੋਈ ਮਾਸ ਖਾਵੇ ਜਾਂ ਸਬਜ਼ੀ, ਗਾਂ ਖਾਵੇ, ਸੂਅਰ, ਹਲਾਲ ਖਾਵੇ ਜਾਂ ਝਟਕਾ, ਉਸ ਦੀ ਆਜ਼ਾਦੀ ਵਿੱਚ ਕਿਸੇ ਨੂੰ ਦਖਲ ਦੇਣ ਦਾ ਹੱਕ ਨਹੀਂ ਹੋਵੇਗਾ। ਨੰਬਰ 4, ਕੋਈ ਇੱਕ ਆਦਮੀ ਆਪ ਹੁਦਰਾ ਲੀਡਰ ਨਹੀਂ ਸਮਝਿਆ ਜਾਵੇਗਾ। ਇੱਕ ਚੋਣਵੀਂ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਸਾਰਾ ਕੰਮਕਾਜ ਹੋਵੇਗਾ। ਉਹ ਕਮੇਟੀ ਆਮ ਖਾਸ ਅਹੁਦਿਆਂ ਲਈ ਆਪਣੇ ਵਿੱਚੋਂ ਕੰਮ ਕਰਨ ਵਾਲਿਆਂ ਨੂੰ ਉਹਨਾਂ ਦੇ ਅਹੁਦਿਆਂ ਪੁਰ ਆਮ ਰਾਏ ਅਨੁਸਾਰ ਥਾਪੇਗੀ। ਨੰਬਰ 5, ਇਸ ਕਮੇਟੀ ਦੇ ਵੀ 2 ਭਾਗ ਹੋਣਗੇ, ਇੱਕ ਸੈਦਕ ਪ੍ਰਗਟ ਤੇ ਦੂਜਾ ਗੁਪਤ। ਗੁਪਤ ਭਾਗ ਵਿੱਚ 3 ਮੈਂਬਰ ਹੋਣਗੇ। ਸਾਰੇ ਗੁਪਤ ਕੰਮਾਂ ਦਾ ਬੋਝ ਉਹਨਾਂ ਤਿੰਨਾਂ ਆਦਮੀਆਂ ਪਰ ਹੋਵੇਗਾ। ਬਾਕੀ ਸੈਦਕ ਕੰਮ ਪ੍ਰਬੰਧਕ ਕਮੇਟੀ ਦੇ ਪ੍ਰਗਟ ਭਾਗ ਦੇ ਹੱਥ ਵਿੱਚ ਹੋਣਗੇ। ਜਿਤਨਾ ਰੁਪਈਆ ਗੁਪਤ ਕਮੇਟੀ ਪ੍ਰਬੰਧਕ ਕਮੇਟੀ ਪਾਸੋਂ ਮੰਗੇਗੀ, ਉਸ ਨੂੰ ਬਿਨਾਂ ਕੋਈ ਕਾਰਨ ਪੁੱਛਣ ਦੇ ਹੀ ਦੇਣਾ ਹੋਵੇਗਾ ਤੇ ਨਾ ਹੀ ਪ੍ਰਬੰਧਕ ਕਮੇਟੀ ਨੂੰ ਇਹ ਹੱਕ ਹੋਵੇਗਾ ਕਿ ਉਹ ਗੁਪਤ ਕਮੇਟੀ ਨੂੰ ਉਸ ਵਕਤ ਤੱਕ ਹਿਸਾਬ ਦੇਣ ਲਈ ਮਜਬੂਰ ਕਰੇ ਜਦੋਂ ਤੱਕ ਕਿ ਗੁਪਤ ਕਮੇਟੀ ਖੁਦ ਹਿਸਾਬ ਕਿਤਾਬ ਦੇਣਾ ਯੋਗ ਨਾ ਸਮਝੇ। ਜੇ ਪ੍ਰਬੰਧਕ ਕਮੇਟੀ ਨੂੰ ਗੁਪਤ ਕਮੇਟੀ ਦੇ ਕਿਸੇ ਮੈਂਬਰ ਦੀ ਲਿਆਕਤ ਜਾਂ ਨੀਅਤ ਪੁਰ ਸ਼ੱਕ ਹੋਵੇ ਤਾਂ ਉਸ ਮੈਂਬਰ ਨੂੰ ਬਦਲਣ ਜਾਂ ਬਰਖਾਸਤ ਕਰਨ ਦਾ ਹੱਕ ਰੱਖਦੀ ਹੈ। ਨੰਬਰ 6, ਪ੍ਰਬੰਧਕ ਜਾਂ ਗੁਪਤ ਕਮੇਟੀ ਦਾ ਕੋਈ ਮੈਂਬਰ ਜੇ ਬੇਈਮਾਨੀ ਕਰੇਗਾ ਤੇ ਸੁਸਾਇਟੀ ਦਾ ਰੁਪਇਆ ਆਦਿ ਖੁਰਦ-ਬੁਰਦ ਕਰੇਗਾ ਜਾਂ ਸੁਸਾਇਟੀ ਦੇ ਭੇਦਾਂ ਨੂੰ ਵੈਰੀਆਂ ਪਾਸ ਪ੍ਰਗਟ ਕਰੇਗਾ ਤਾਂ ਸਿੱਧ ਹੋ ਜਾਣ ਪੁਰ ਉਸ ਨੂੰ ਮੌਤ ਦੀ ਸਜ਼ਾ ਮਿਲੇਗੀ। ਗਦਰ ਪਾਰਟੀ ਦਾ ਕੋਈ ਮੈਂਬਰ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਵਰਤੇਗਾ। ਨੰਬਰ 8, ਹਰ ਇੱਕ ਮੈਂਬਰ ਨੂੰ ਸੁਸਾਇਟੀ ਦਾ ਹਰ ਇੱਕ ਹੁਕਮ ਮੰਨਣਾ ਹੋਵੇਗਾ। ਜੇ ਕੋਈ ਮੈਂਬਰ ਆਗਿਆ ਪਾਲਣ ਵਿੱਚ ਢਿਲਾਈ ਕਰੇਗਾ ਜਾਂ ਕੰਨੀ ਕਤਰਾਏਗਾ ਤਾਂ ਸੁਸਾਇਟੀ ਉਸ ਨੂੰ ਯੋਗ ਸਜ਼ਾ ਦੇਣ ਦੀ ਹੱਕਦਾਰ ਹੈ। ਨੰਬਰ 9, ਪ੍ਰਗਟ ਖਰਚ ਦੀ ਰਿਪੋਰਟ ਪ੍ਰਬੰਧਕ ਕਮੇਟੀ ਹਰ ਮਹੀਨੇ ਪ੍ਰਕਾਸ਼ਿਤ ਕਰੇਗੀ। ਨੰਬਰ 10, ਦਫ਼ਤਰ ਤੇ ਛਾਪਾਖਾਨਾ ਆਦਿਕ ਸਾਰੇ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਵਿੱਚ ਰਹਿਣਗੇ। ਨੰਬਰ 11, ਕਿਸੇ ਮੈਂਬਰ ਨੂੰ ਖਾਸ ਚੰਦਾ ਦੇਣ ਪੁਰ ਮਜਬੂਰ ਨਹੀਂ ਕੀਤਾ ਜਾਵੇਗਾ, ਸਗੋਂ ਹਰ ਇੱਕ ਮੈਂਬਰ ਦੀ ਮਰਜ਼ੀ ਪੁਰ ਨਿਰਭਰ ਹੋਵੇਗਾ। ਨੰਬਰ 12, ਸੁਸਾਇਟੀ ਦਾ ਕੌਮੀ ਬੋਲਾ ਬੰਦੇ ਮਾਤਰਮ ਹੋਵੇਗਾ। ਸਿਪਾਹੀ ਦਾ ਕਰਤੱਵ। ਨੰਬਰ 1, ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਿੱਥੇ ਕਿ ਗੁਲਾਮੀ ਦੇ ਵਿਰੁੱਧ ਜੰਗ ਛਿੜੇ, ਗਦਰ ਪਾਰਟੀ ਦੇ ਸਿਪਾਹੀ ਦਾ ਫਰਜ਼ ਹੋਵੇਗਾ ਕਿ ਉਹ ਆਜ਼ਾਦੀ ਤੇ ਬਰਾਬਰੀ ਦੇ ਹਾਮੀਆਂ ਦੀ ਹਰ ਤਰ੍ਹਾਂ ਤਨੋ ਮਨੋ ਸਹਾਇਤਾ ਕਰੇ। ਨੰਬਰ 2, ਹਿੰਦੁਸਤਾਨੀਆਂ ਦੀ ਆਜ਼ਾਦੀ ਲਈ ਤਨ ਮਨ ਧਨ ਗੱਲ ਕੀ ਜਿਸ ਤਰ੍ਹਾਂ ਦੀ ਵੀ ਕੁਰਬਾਨੀ ਕਰਨੀ ਪਵੇ, ਗਦਰ ਪਾਰਟੀ ਦਾ ਸਿਪਾਹੀ ਉਸ ਤੋਂ ਅੰਗ ਨਾ ਮੁੜੇਗਾ। ਨੰਬਰ 3, ਹਿੰਦੁਸਤਾਨ ਵਿੱਚੋਂ ਅੰਗਰੇਜ਼ੀ ਤੇ ਇੱਕ ਪੁਰਖੀ ਰਾਜ ਦੀ ਸੱਪ ਵਲੇਟ ਕੇ 1 ਮਈ ਪੰਚਾਇਤ ਕਾਇਮ ਕਰਨਾ ਹਰ ਇੱਕ ਮੈਂਬਰ ਦਾ ਪਹਿਲਾ ਫਰਜ਼ ਹੈ। ਨੰਬਰ 4, ਬਾਰ-ਬਾਰ ਫੇਲ ਹੋ ਜਾਣ ਪਰ ਵੀ
ਆਪਣੇ ਆਦਰਸ਼ ਤੋਂ ਪਿੱਛੇ ਨਾ ਹਟਣਾ ਜਦੋਂ ਤੀਕ ਗਦਰ ਪਾਰਟੀ ਦਾ ਇੱਕ ਮੈਂਬਰ ਵੀ ਜਿਉਂਦਾ ਰਹੇ। ਆਪਣੇ ਕੰਮ ਨੂੰ ਬਰਾਬਰ ਜਾਰੀ ਰੱਖਣਾ ਇਸ ਦੀ ਡਿਊਟੀ ਹੈ। ਗਦਰ ਅਖਬਾਰ ਕੱਢਣਾ ਉਪਰੰਤ ਸੁਸਾਇਟੀ ਨੇ ਇੱਕ ਅਖਬਾਰ ਜਾਰੀ ਕਰਨ ਦਾ ਫੈਸਲਾ ਕੀਤਾ ਜਿਸ ਦਾ ਨਾਮ ਗਦਰ ਨੀਅਤ ਹੋਇਆ। ਦਫ਼ਤਰ ਦਾ ਨਾਮ ਜੁਗਾਂਤਰ ਆਸ਼ਰਮ ਤੇ ਛਾਪੇਖਾਨੇ ਦਾ ਨਾਮ ਗਦਰ ਪ੍ਰੈਸ ਰੱਖਿਆ ਗਿਆ। ਅਖਬਾਰ ਜਾਰੀ ਕਰਨ ਲਈ ਕੋਈ $3,000 $9,000 ਰੁਪਇਆ ਇਕੱਠਾ ਹੋਇਆ ਤੇ ਮਾਸਕ ਚੰਦੇ ਦੇਣ ਦਾ ਵੀ ਸਾਰੇ ਮੈਂਬਰਾਂ ਨੇ ਕਰਾਰ ਕੀਤਾ। ਸੁਸਾਇਟੀ ਕਾਇਮ ਹੋਣ ਮਗਰੋਂ ਸਾਰੇ ਆਦਮੀ ਆਪੋ ਆਪਣੇ ਕਾਰਖਾਨਿਆਂ ਨੂੰ ਚਲੇ ਗਏ ਤੇ ਭਾਈ ਹਰਦਿਆਲ ਵੀ ਸਾਨ ਫਰਾਂਸਿਸਕੋ ਨੂੰ ਟੁਰ ਗਏ। ਫੰਡ ਦਾ ਰੁਪਇਆ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਗਿਆ। ਅਖਬਾਰ ਜਾਰੀ ਕਰਨ ਦਾ ਸਾਰਾ ਬੋਝ ਸੁਸਾਇਟੀ ਨੇ ਭਾਈ ਹਰਦਿਆਲ ਦੇ ਸਿਰ ਸੁੱਟਿਆ। ਭਾਈ ਹਰਦਿਆਲ ਚੂੰਕਿ ਸਾਨ ਫਰਾਂਸਿਸਕੋ ਵਿੱਚ ਰਹਿੰਦੇ ਸਨ, ਇਸ ਲਈ ਗਦਰ ਅਖਬਾਰ ਦੇ ਨਿਕਲਣ ਦੀ ਥਾਂ ਵੀ ਉੱਥੇ ਹੀ ਟਿਕਿਆ ਗਿਆ। ਨਾਲੇ ਕੈਲੀਫੋਰਨੀਆ ਵਿੱਚ ਹਿੰਦੁਸਤਾਨੀਆਂ ਦੀ ਗਿਣਤੀ ਵੀ ਓਰੀਗਨ ਸਟੇਟ ਨਾਲੋਂ ਵੱਧ ਸੀ। ਇਸ ਕਰਕੇ ਵੀ ਅਖਬਾਰ ਦਾ ਜਾਰੀ ਹੋਣਾ ਸੁਸਾਇਟੀ ਨੇ ਸਾਨ ਫਰਾਂਸਿਸਕੋ ਵਿੱਚੋਂ ਹੀ ਯੋਗ ਸਮਝਿਆ। ਸਾਨ ਫਰਾਂਸਿਸਕੋ ਨੂੰ ਹੀ ਦਫ਼ਤਰੀ ਕੇਂਦਰ ਟਿਕਿਆ ਗਿਆ। ਇਸ ਤੋਂ ਬਾਅਦ ਅਪ੍ਰੈਲ ਤੋਂ ਅਕਤੂਬਰ ਤੱਕ ਭਾਈ ਹਰਦਿਆਲ ਨੇ ਅਖਬਾਰ ਜਾਰੀ ਕਰਨ ਦਾ ਕੋਈ ਯਤਨ ਨਾ ਕੀਤਾ। ਸਗੋਂ ਅਕੇਰਾ ਮੈਨੂੰ ਚਿੱਠੀ ਲਿਖੀ ਕਿ ਮੇਰੀ ਸਿਹਤ ਕੰਮ ਕਰਨ ਯੋਗ ਨਹੀਂ। ਭਲੀ ਗੱਲ ਹੈ। ਅੱਗੇ ਡੈਸ਼ ਇੱਥੇ ਅਖਬਾਰ ਫਟੀ ਹੋਈ ਹੈ। ਫਟੀ ਹੋਈ ਥਾਂ 'ਤੇ ਕਿਹੋ ਜਿਹੇ ਸ਼ਬਦ ਹੋ ਸਕਦੇ ਹਨ, ਇਸ ਦਾ ਇੱਕ ਅੰਦਾਜ਼ਾ ਬਾਬਾ ਸੋਹਣ ਸਿੰਘ ਭਕਨਾ ਦੇ ਨਾਮ ਹੇਠ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪਰਚੇ 7 ਅਪ੍ਰੈਲ 1996 ਵਿੱਚ ਹੈਰੀਟੇਜ ਵਿੱਚ ਅੰਗਰੇਜ਼ੀ 'ਚ ਛਪੀ ਹੋਈ ਲਿਖਤ ਨੋਟਿਸ ਔਨ ਦਾ ਹਿਸਟਰੀ ਆਫ ਦਾ ਗਦਰ ਪਾਰਟੀ ਤੋਂ ਲਗਾਇਆ ਜਾ ਸਕਦਾ ਹੈ। ਇਸ ਲਿਖਤ ਮੁਤਾਬਕ ਪਾਰਟੀ ਬਣਾਏ ਜਾਣ ਤੋਂ ਬਾਅਦ ਲਾਲਾ ਹਰਦਿਆਲ ਕੈਲੀਫੋਰਨੀ ਚਲਾ ਗਿਆ ਅਤੇ ਬਾਕੀ ਦੇ ਮੈਂਬਰ ਆਪੋ ਆਪਣੀਆਂ ਮਿਲਾਂ ਨੂੰ ਅਮਰੀਕਾ ਅਤੇ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਿੱਚ ਰਹਿ ਰਹੇ ਹਿੰਦੀਆਂ ਨਾਲ ਚਿੱਠੀ ਪੱਤਰ ਰਾਹੀਂ ਤਾਲਮੇਲ ਕਰ ਲਿਆ ਗਿਆ। ਪਰ ਅਗਲੇ ਕਈ ਮਹੀਨੇ ਲਾਲਾ ਹਰਦਿਆਲ ਨਾ ਤਾਂ ਦਫ਼ਤਰ ਹੀ ਖੋਲ੍ਹ ਸਕਿਆ ਤੇ ਨਾ ਹੀ ਅਖਬਾਰ ਛਾਪਣ ਦਾ ਕੋਈ ਪ੍ਰਬੰਧ ਕਰ ਸਕਿਆ। ਜਦੋਂ 6-7 ਮਹੀਨੇ ਕੁਝ ਵੀ ਹੋਂਦ ਵਿੱਚ ਨਾ ਆਇਆ ਤਾਂ ਪਾਰਟੀ ਇਕਾਈਆਂ ਨੇ ਕੰਮ ਵਿੱਚ ਹੋ ਰਹੀ ਦੇਰੀ ਬਾਰੇ ਪਾਰਟੀ ਪ੍ਰਧਾਨ ਨੂੰ ਲਿਖਤੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪ੍ਰਧਾਨ ਨੇ ਮੁੱਖ ਸਕੱਤਰ ਲਾਲਾ ਹਰਦਿਆਲ ਨੂੰ ਚਿੱਠੀ ਲਿਖੀ ਜਿਸ ਵਿੱਚ ਉਸ ਕੋਲੋਂ ਇਸ ਦੇਰੀ ਅਤੇ ਸਮਾਂ ਬਰਬਾਦ ਕਰਨ ਦੇ ਕਾਰਨ ਪੁੱਛੇ ਗਏ। ਲਾਲਾ ਜੀ ਨੇ ਜਵਾਬ ਦਿੱਤਾ ਕਿ ਉਸ ਦੀ ਸਿਹਤ ਠੀਕ ਨਹੀਂ ਅਤੇ ਉਸ ਦੀ ਥਾਂ ਕੋਈ ਹੋਰ ਵਿਅਕਤੀ ਚੁਣਿਆ ਜਾ ਸਕਦਾ ਹੈ। ਪ੍ਰਧਾਨ ਨੇ ਸਖਤ ਸ਼ਬਦਾਂ ਵਿੱਚ ਮੋੜਵੀਂ ਚਿੱਠੀ ਲਿਖੀ ਤੇ ਉਸ ਨੂੰ ਯਾਦ ਕਰਵਾਇਆ ਕਿ ਉਸ ਦੀ ਸ਼ਿਕਾਇਤ ਹੁੰਦੀ ਸੀ ਕਿ ਹਿੰਦੀ ਦੇਸ਼ ਵਾਸਤੇ ਕੰਮ ਕਰਨ ਤੋਂ ਭੱਜਦੇ ਹਨ ਅਤੇ ਹੁਣ ਉਸ ਦਾ ਆਪਣਾ ਵਤੀਰਾ ਇਸ ਤੋਂ ਕੋਈ ਵੱਖਰਾ ਨਹੀਂ। ਇਸ ਤੋਂ ਬਾਅਦ ਲਾਲਾ ਹਰਦਿਆਲ ਨੇ ਲਿਖਿਆ ਕਿ ਕੰਮ ਸ਼ੁਰੂ ਕਰਨ ਲਈ ਉਸ ਨੂੰ ਪੈਸੇ ਦੀ ਲੋੜ ਹੈ ਅਤੇ ਜਦੋਂ ਹੀ ਪੈਸਾ ਪਹੁੰਚ ਗਿਆ ਉਹ ਦਫ਼ਤਰ ਸਥਾਪਿਤ ਕਰਕੇ ਅਖਬਾਰ ਕੱਢ ਦੇਵੇਗਾ। ਖਜ਼ਾਨਚੀ ਨੇ ਪ੍ਰਧਾਨ ਦੀ ਆਗਿਆ ਨਾਲ ਉਸ ਨੂੰ ਪੈਸਾ ਭੇਜ ਦਿੱਤਾ। ਸੰਪਾਦਕ ਜਦੋਂ ਕੌਮੀ ਲਹਿਰ ਪੈਦਾ ਹੋਣ ਦੇ ਦਿਨ ਆਉਂਦੇ ਨੇ ਤਾਂ ਕੌਮ ਦੇ ਆਦਮੀਆਂ ਵਿੱਚ ਹਰ ਥਾਂ ਉਹ ਖਿਆਲ ਜਾਗ ਉੱਠਦੇ ਨੇ ਜਿਵੇਂ ਬਸੰਤ ਰੁੱਤ ਆਵਣਪੁਰ ਸਾਰੇ ਬਹਾਰੀ ਬੂਟੇ ਅਕੇਰਾਂ ਹੀ ਫੁੱਲ ਪੈਂਦੇ ਨੇ, ਇਸੇ ਤਰ੍ਹਾਂ ਅਮਰੀਕਾ ਦੇ ਹਿੰਦੀਆਂ ਵਿੱਚ ਹਰ ਥਾਂ ਦੇਸ਼ ਭਗਤੀ ਤੇ ਆਜ਼ਾਦੀ ਦੇ ਖਿਆਲ ਪੁੰਗਰ ਪਏ ਸਨ। ਇਹਨਾਂ ਦਿਨਾਂ ਵਿੱਚ ਹੀ ਅਕੇਰਾਂ ਸਾਨ ਫਰਾਂਸਿਸਕੋ ਵਿੱਚ ਭਾਈ ਹਰਦਿਆਲ ਤੇ ਭਾਈ ਕਰਤਾਰ ਸਿੰਘ ਜੀ ਸਰਾਭਾ ਦਾ ਮੇਲ ਹੋ ਗਿਆ। ਭਾਈ ਹਰਦਿਆਲ ਨੇ ਹਿੰਦੀ ਐਸੋਸੀਏਸ਼ਨ ਦੇ ਕਾਇਮ ਹੋਣ ਤੇ ਗਦਰ ਪਾਰਟੀ ਅਖਬਾਰ ਜਾਰੀ ਕਰਨ ਦਾ ਜ਼ਿਕਰ ਕੀਤਾ। ਸੁਣਦਿਆਂ ਹੀ ਭਾਈ ਕਰਤਾਰ ਸਿੰਘ ਨੂੰ ਤਾਂ ਇੱਕ ਤਰ੍ਹਾਂ ਦਾ ਨਸ਼ਾ ਜਿਹਾ ਚੜ੍ਹ ਗਿਆ। ਉਹਨੇ ਸਾਨ ਫਰਾਂਸਿਸਕੋ ਤੋਂ ਮੁੜ ਕੇ ਇੱਕ ਨਿੱਕੇ ਜਿਹੇ ਨਗਰ ਜੋਲੋ ਵਿੱਚ ਹੋਰਨਾਂ ਹਿੰਦੀਆਂ ਨਾਲ ਸਲਾਹ ਮਸ਼ਵਰਾ ਕਰਨ ਵਾਸਤੇ ਇੱਕ ਇਕੱਤਰਤਾ ਸੱਦੀ। ਟਿਕੇ ਗਏ ਵਕਤਪੁਰ ਕੁਝ ਦੇਸ਼ ਭਗਤ ਭਾਈ ਅਰੂੜ ਸਿੰਘ, ਭਾਈ ਜਗਤ ਰਾਮ, ਭਾਈ ਕਰਮ ਸਿੰਘ ਤੇ ਕਰਤਾਰ ਸਿੰਘ ਹੋਰੀ ਅਤੇ ਕੁਝ ਕੁ ਆਦਮੀ ਆ ਜੁੜੇ। ਭਾਈ ਹਰਦਿਆਲ ਸਿੰਘ ਜੀ ਵੀ ਆਏ। ਐਪਰ ਕੰਮ ਕਰਨ ਦਾ ਜਿਸ ਤਰ੍ਹਾਂ ਦਾ ਉਤਸ਼ਾਹ ਉਸ ਵਕਤ ਓਰੀਗਨ ਸਟੇਟ ਦੇ ਹਿੰਦੀਆਂ ਵਿੱਚ ਸੀ, ਉਹਨਾਂ ਕੈਲੀਫੋਰਨੀਆ ਦੇ ਹਿੰਦੀਆਂ ਵਿੱਚ ਸਿਵਾਏ ਕੁਝ ਕੁ ਸੱਜਣਾ ਦੇ ਅਜੇ ਪੈਦਾ ਨਹੀਂ ਸੀ ਹੋਇਆ। ਖੈਰ, ਇਸ ਇਕੱਠ ਦੀ ਕਾਰਵਾਈ ਕੁਛ ਕੁ ਗਿਣਤੀ ਦੇ ਆਦਮੀਆਂ ਪੁਰ ਹੀ ਮੁੱਕ ਗਈ। ਗਦਰ ਅਖਬਾਰ
ਇੱਕ ਜਾਦੂ ਸੀ। ਆਖਰ ਨਵੰਬਰ 1913 ਨੂੰ ਗਦਰ ਦਾ ਪਹਿਲਾ ਪਰਚਾ ਜੁਗਾਂਤਰ ਆਸ਼ਰਮ ਸਾਨ ਫਰਾਂਸਿਸਕੋ ਤੋਂ ਨਿਕਲਿਆ, ਜਿਸ ਵੱਲ ਕਈ ਮਹੀਨਿਆਂ ਤੋਂ ਹਿੰਦੀਆਂ ਦੀਆਂ ਅੱਖਾਂ ਲੱਗੀਆਂ ਹੋਈਆਂ ਸਨ। ਪਹਿਲੇ ਦਿਨ ਇਹ ਪਰਚੇ ਇੱਕ ਛੋਟੇ ਹੈਂਡ ਪ੍ਰੈਸ ਹੱਥ ਨਾਲ ਚੱਲਣ ਵਾਲਾ ਛਾਪਾਖਾਨੇ ਨਾਲ ਹੀ ਛਾਪੇ ਗਏ ਸਨ ਤੇ ਉਦਣ ਕੰਮ ਕਰਨ ਵਾਲੇ ਵੀ ਜਿਨ੍ਹਾਂ ਨੇ ਪਰਚੇ ਛਾਪੇ ਸਨ ਦੋ ਹੀ ਜਣੇ ਸਨ, ਇੱਕ ਭਾਈ ਕਰਤਾਰ ਸਿੰਘ ਸਰਾਭਾ ਤੇ ਦੂਜਾ ਗੁਪਤਾ ਜਾਂ ਤੀਜੇ ਭਾਈ ਹਰਦਿਆਲ ਜੀ ਸਨ, ਜਿਨ੍ਹਾਂ ਨੇ ਪਰਚਾ ਸੰਪਾਦਕ ਐਡਿਟ ਕੀਤਾ ਸੀ। ਇਸ ਅਖਬਾਰ ਨੇ ਲੋਕਾਂ ਪਰ ਜਾਦੂ ਦਾ ਅਸਰ ਕੀਤਾ, ਕਿਉਂ ਜੋ ਇਸ ਵੇਰ ਸਾਫ਼ ਤੇ ਸਿੱਧੇ ਸ਼ਬਦਾਂ ਵਿੱਚ ਅੰਗਰੇਜ਼ੀ ਗਵਰਨਮੈਂਟ ਦੀ ਗੁਲਾਮੀ ਵਿਰੁੱਧ ਜੰਗ ਛੇੜੀ ਗਈ ਸੀ। ਜੰਗ ਵੀ ਉਹ ਜਿਸ ਨੂੰ ਸ਼ੁਰੂ ਕਰਨ ਦੇ ਅਮਰੀਕਨ ਤੇ ਕੈਨੇਡੀਅਨ ਹਿੰਦੀ ਚਾਹਵਾਨ ਸਨ। ਗਦਰ ਅਖਬਾਰ ਅਮਰੀਕਾ ਤੋਂ ਬਾਹਰ ਕੈਨੇਡਾ, ਜਾਪਾਨ, ਚੀਨ, ਮਲਾਇਆ, ਬਰਮਾ, ਅਫਰੀਕਾ, ਮਨੀਲਾ ਤੇ ਹਿੰਦੁਸਤਾਨ ਆਦਿਕ ਵਿੱਚ ਹਰ ਥਾਂ ਘੱਲਿਆ ਜਾਂਦਾ ਸੀ। ਅੰਗਰੇਜ਼ੀ ਗਵਰਨਮੈਂਟ ਨੇ ਗਦਰ ਅਖਬਾਰ ਨੂੰ ਆਪਣੇ ਰਾਜ ਵਿੱਚ ਦਾਖਲ ਹੋਣ ਤੋਂ ਰੋਕਣ ਦਾ ਬਥੇਰਾ ਯਤਨ ਕੀਤਾ, ਪਰ ਹਿੰਦੁਸਤਾਨ ਤੋਂ ਛੁੱਟ ਉਹ ਹੋਰ ਕਿਸੇ ਥਾਂ ਸਫਲ ਨਾ ਹੋ ਸਕੀ। ਹੁਣ ਅਖਬਾਰ ਦੀ ਮੰਗ ਵਧਣ ਕਰਕੇ ਵੱਡਾ ਪ੍ਰੈਸ ਵੀ ਖਰੀਦਿਆ ਗਿਆ ਤੇ ਕੋਈ 20 ਦੇਸ਼ ਭਗਤ ਦਿਨ ਰਾਤ ਇਸ ਕੰਮ ਵਿੱਚ ਜੁਟੇ ਰਹਿੰਦੇ ਸਨ। ਵਿੱਚ ਵਿਚਾਲੇ ਛੋਟੀਆਂ-ਛੋਟੀਆਂ ਪੁਸਤਕਾਂ ਜਿਹਾ ਕਿ ਗਦਰ ਦੀ ਗੂੰਜ ਆਦਿਕ ਵੀ ਛਾਪੀਆਂ ਜਾਂਦੀਆਂ ਸਨ। ਪਰ ਹੁਣ ਮੰਗ ਇੰਨੀ ਵੱਧ ਗਈ ਸੀ ਕਿ ਰਾਤ ਦਿਨ ਚੱਤੋ ਪਹਿਰ ਕੰਮ ਕਰਨਪੁਰ ਵੀ ਮਸਾਂ ਪੂਰਾ ਫਟਦਾ। ਸੁਸਾਇਟੀ ਨੇ ਗਦਰ ਅਖਬਾਰ ਤੇ ਗਦਰ ਪ੍ਰੈਸ ਵਿੱਚ ਛਪਣ ਵਾਲੀਆਂ ਪੁਸਤਕਾਂ ਦੀ ਕੋਈ ਕੀਮਤ ਨਹੀਂ ਰੱਖੀ ਸੀ। ਅਖਬਾਰ ਤੇ ਕਿਤਾਬਾਂ ਹਰ ਥਾਂ ਮੁਫਤ ਘੱਲੀਆਂ ਜਾਂਦੀਆਂ ਸਨ। ਪ੍ਰੈਸ ਆਦਿਕ ਦਾ ਸਾਰਾ ਖਰਚਾ ਅਕਸਰ ਦੇਸ਼ ਭਗਤਾਂ ਦੇ ਉਹਨਾਂ ਚੰਦਿਆਂ ਦੇ ਸਹਾਰੇ ਚੱਲਦਾ ਸੀ ਜੋ ਉਹ ਆਪਣੀ ਖੁਸ਼ੀ ਨਾਲ ਸੁਸਾਇਟੀ ਨੂੰ ਘੱਲਦੇ ਸਨ, ਅਤੇ ਨਾ ਹੀ ਕੋਈ ਕੰਮ ਕਰਨ ਵਾਲਾ ਦੇਸ਼ ਭਗਤ ਤਨਖਾਹ ਲੈਂਦਾ ਸੀ। ਸਾਰੇ ਆਪਣਾ ਧਰਮ ਸਮਝ ਕੇ ਮੁਫਤ ਕੰਮ ਕਰਦੇ ਸਨ। ਜਦੋਂ ਅੰਗਰੇਜ਼ੀ ਗਵਰਨਮੈਂਟ ਨੇ ਗਦਰ ਪਾਰਟੀ ਦੀਆਂ ਦਿਨੋਂ ਦਿਨ ਚੜ੍ਹਦੀਆਂ ਕਲਾ ਵੇਖੀਆਂ ਤਾਂ ਉਸ ਨੇ ਇਸ ਦੀ ਉਨਤੀ ਰੋਕਣ ਲਈ ਗਵਰਨਮੈਂਟ ਅਮਰੀਕਾ ਦੀ ਰਾਹੀਂ ਭਾਈ ਹਰਦਿਆਲ ਨੂੰ ਅਮਰੀਕਾ ਤੋਂ ਕੱਢਣ ਦਾ ਪ੍ਰਬੰਧ ਕੀਤਾ। ਅਮਰੀਕਾ ਗਵਰਨਮੈਂਟ ਪਾਸ ਭਾਈ ਹਰਦਿਆਲ ਨੂੰ ਕੱਢਣ ਦਾ ਇੱਕੋ ਢੰਗ ਸੀ, ਉਹ ਇਹ ਕਿ ਭਾਈ ਹਰਦਿਆਲ ਨੂੰ ਅਨਾਰਕਿਸਟ ਗਵਰਨਮੈਂਟ ਦੀਆਂ ਜੜ੍ਹਾਂ ਵੱਢਣ ਵਾਲਾ ਮਿਥਿਆ ਜਾਵੇ। ਹੁਣ ਅਮਰੀਕਾ ਗਵਰਨਮੈਂਟ ਭਾਈ ਹਰਦਿਆਲ ਦੇ ਲੈਕਚਰਾਂ ਤੇ ਚਾਲ ਢਾਲਪੁਰ ਖਾਸ ਧਿਆਨ ਰੱਖਣ ਲੱਗੀ। ਥੋੜ੍ਹੇ ਦਿਨਾਂ ਵਿੱਚ ਹੀ ਉਹ ਸਫਲ ਵੀ ਹੋ ਗਈ ਤੇ ਭਾਈ ਹਰਦਿਆਲ ਉੱਤੇ ਮੁਕੱਦਮਾ ਚਲਾਉਣ ਦਾ ਪ੍ਰਬੰਧ ਕਰ ਲਿਆ। ਗੱਲ ਇਉਂ ਬਣੀ ਕਿ ਸਾਡੀ ਸੁਸਾਇਟੀ ਦੇ ਰੂਸ ਤੇ ਆਇਰਲੈਂਡ ਆਦਿਕ ਦੇਸ਼ਾਂ ਦੇ ਦੇਸ਼ ਭਗਤਾਂ ਨਾਲ ਅਕਸਰ ਸਬੰਧ ਸਨ। ਸਾਡਾ ਇੱਕ ਦੂਜੇ ਨਾਲ ਡੂੰਘਾ ਪਿਆਰ ਸੀ। ਇਸ ਲਈ ਭਾਈ ਹਰਦਿਆਲ ਨੇ ਰੂਸ ਦੇ ਬਾਦਸ਼ਾਹ ਯਾਰ ਦੇ ਅਤਿਆਚਾਰਾਂ ਵਿਰੁੱਧ ਇੱਕ ਲੈਕਚਰ ਕੀਤਾ ਸੀ। ਭਾਈ ਹਰਦਿਆਲ ਨੂੰ ਅਨਾਰਕਿਸਟ ਸਿੱਧ ਕਰਨ ਵਾਸਤੇ ਹੁਣ ਅਮਰੀਕਾ ਗਵਰਨਮੈਂਟ ਨੂੰ ਇਹ ਬਹਾਨਾ ਕਾਫੀ ਸੀ। ਬਸ ਉਸਨੇ ਫੌਰਨ ਭਾਈ ਹਰਦਿਆਲ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕਰ ਦਿੱਤੇ। ਇੱਧਰ ਸੁਸਾਇਟੀ ਵੀ ਸੁੱਤੀ ਨਹੀਂ ਸੀ। ਉਸ ਨੂੰ ਅੰਗਰੇਜ਼ੀ ਗਵਰਨਮੈਂਟ ਦੀਆਂ ਗੋਂਦਾਂ ਦਾ ਜੋ ਉਹ ਅਮਰੀਕਾ ਗਵਰਨਮੈਂਟ ਰਾਹੀਂ ਕਰਨਾ ਚਾਹੁੰਦੀ ਸੀ ਬਹੁਤ ਹੱਦ ਤੱਕ ਪਤਾ ਮਿਲਦਾ ਰਹਿੰਦਾ ਸੀ। ਇਸ ਲਈ ਸੁਸਾਇਟੀ ਨੇ ਵਿੱਤ ਅਨੁਸਾਰ ਭਾਈ ਹਰਦਿਆਲ ਦੀ ਰਾਖੀ ਦਾ ਕਾਫੀ ਪ੍ਰਬੰਧ ਕੀਤਾ ਹੋਇਆ ਸੀ। ਭਾਈ ਹਰਦਿਆਲ ਨੂੰ ਇਕੱਲਿਆਂ ਆਸ਼ਰਮ ਤੋਂ ਬਾਹਰ ਕਦੀ ਨਹੀਂ ਸੀ ਜਾਣ ਦਿੱਤਾ ਜਾਂਦਾ। ਭਾਈ ਹਰਦਿਆਲ ਦੀ ਗਿਆਤ ਤੋਂ ਬਿਨਾਂ ਹੀ 2 ਦੇਸ਼ ਭਗਤ ਉਹਨਾਂ ਦੀ ਰਾਖੀ ਲਈ ਨਾਲ ਛੱਡੇ ਹੁੰਦੇ ਸਨ, ਜੋ ਸਦਾ ਪਿਸਤੌਲ ਭਰ ਕੇ ਉਹਨਾਂ ਦੇ ਮਗਰ ਜਾਂ ਸੱਜੇ ਖੱਬੇ ਰਹਿੰਦੇ ਸਨ। ਇਸ ਗੱਲ ਦਾ ਪਤਾ ਭਾਈ ਹਰਦਿਆਲ ਨੂੰ ਵੀ ਘੱਟ ਵੱਧ ਹੀ ਹੁੰਦਾ ਸੀ ਕਿ ਦੇਸ਼ ਭਗਤ ਮੇਰੀ ਜਾਨ ਦੀ ਰਾਖੀ ਲਈ ਮੇਰੇ ਪਿੱਛੇ ਆ ਰਹੇ ਹਨ। ਭਾਈ ਹਰਨਾਮ ਸਿੰਘ ਲਾਟ ਤੇ ਭਾਈ ਕਰਤਾਰ ਸਿੰਘ ਦੋਵੇਂ ਦੇਸ਼ ਭਗਤ ਇਸ ਡਿਊਟੀ ਪਰ ਟਿਕੇ ਹੋਏ ਸਨ। ਭਾਈ ਹਰਨਾਮ ਸਿੰਘ ਨੂੰ ਤਾਂ ਮੈਂ ਸ਼ੁਰੂ ਤੋਂ ਹੀ ਇਸੇ ਕੰਮ ਲਈ ਓਰੀਗਨ ਸਟੇਟ ਤੋਂ ਸਾਨ ਫਰਾਂਸਿਸਕੋ ਘੱਲ ਦਿੱਤਾ ਸੀ, ਕਿਉਂ ਜੋ ਭਾਈ ਹਰਦਿਆਲ ਸਰੀਰ ਦੀ ਕਮਜ਼ੋਰੀ ਦੇ ਕਾਰਨ ਆਪਣੀ ਰਾਖੀ ਵੈਰੀ ਪਾਸੋਂ ਆਪ ਨਹੀਂ ਸੀ ਕਰ ਸਕਦੇ। ਕਿਤਾਬ ਮੇਰੀ ਰਾਮ ਕਹਾਣੀ, ਲੇਖਕ ਬਾਬਾ ਸੋਹਣ ਸਿੰਘ ਭਕਨਾ, ਸੰਪਾਦਕ ਰਾਜਵਿੰਦਰ ਸਿੰਘ ਰਾਹੀ। ਤੁਸੀਂ ਸੁਣ ਰਹੇ ਸੀ ਕਿਤਾਬ ਦਾ 9ਵਾਂ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।